ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਨੀਵਰਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 3 ਤਰੀਕ ਆ ਤੇ ਤੁਹਾਡੇ ਲਈ ਸ਼ਾਮ ਦਾ ਜਿਹੜਾ ਬੁੱਧਵਾਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਹੋਮ, ਆਟੋ ਇੰਸ਼ੋਰੈਂਸ, ਲਾਈਫ, ਹੈਲਥ ਇੰਸ਼ੋਰੈਂਸ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਭਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ, ਜਿਹੜੇ ਫੋਟੋਗ੍ਰਾਫੀ, ਵੀਡੀਓਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਸਵਿੰਦਰ ਉੱਪਲ 5302182360 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਸਾਰਿਆਂ ਨੂੰ ਪਤਾ ਹੈ ਵੀ ਪੂਰਾ ਹਫ਼ਤਾ ਜਿਹੜਾ ਹੈ ਘੱਲੂ ਘਰਾ ਹਫ਼ਤਾ ਚੱਲ ਰਿਹਾ। ਸਵੇਰੇ ਵੀ ਆਪਾਂ ਡਿਸਕਸ ਕੀਤਾ ਸੀ ਸੰਤ ਜਰਨੈਲ ਸਿੰਘ ਉਹਨਾਂ ਦੀ ਜਿਹੜੀ ਇੰਟਰਵਿਊਜ਼ ਹੋਈਆਂ ਸੀ ਲਾਸਟ ਵਨ, ਅਤੇ ਪੂਰਾ ਹੀ ਹਫ਼ਤਾ ਜਿਹੜਾ ਆ ਘੱਲੂ ਘਰਾ ਦਿਵਸ ਆਪਾਂ ਪੰਜਾਬੀ ਰੇਡੀਓ USA ਵੱਲੋਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹੈਗੇ ਆ, ਪਲੱਸ ਆਪਣੀ ਹਿਸਟਰੀ ਨੂੰ ਯਾਦ ਕਰ ਰਹੇ ਹੈਗੇ ਆ। ਕਹਿੰਦੇ ਵੀ ਜਿਹੜੀ ਕੌਮ ਆਪਣੀ ਇਤਿਹਾਸ ਨੂੰ ਭੁੱਲ ਜਾਂਦੀ ਆ, ਉਹ ਕੌਮਾਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ। ਸੋ ਜੂਨ 3 ਜੇ ਬਾਅਦ ਦੁਪਹਿਰ ਦੀ ਗੱਲ ਕਰੀਏ, ਕਹਿੰਦੇ ਵੀ ਸੰਤ ਜਰਨੈਲ ਸਿੰਘ ਹੁਣੀ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਬੈਠੇ ਹੋਏ ਸੀ। ਉਹਨੇ ਕੇਸਰੀ ਪਟਕਾ ਬੰਨ੍ਹਿਆ ਹੋਇਆ ਸੀ ਅਤੇ ਕਾਫੀ ਜਿਹੜੇ ਪੱਤਰਕਾਰ ਆ ਉਹਨਾਂ ਦੇ ਨਾਲ ਜਾ ਕੇ ਬੈਠ ਗਏ, ਅਤੇ ਕੋਈ ਬਿਜਲੀ ਦਾ ਪੱਖਾ ਨਹੀਂ ਚੱਲ ਰਿਹਾ ਸੀ, ਅਤੇ ਕਹਿੰਦੇ ਵੀ ਸਾਰੇ ਚੁੱਪ ਚਾਪ ਬੈਠੇ ਸੀ ਸੰਤਾਂ ਦੇ ਸਾਹਮਣੇ, ਅਤੇ ਸੰਤਾਂ ਨੇ ਆਖਰੀ ਕਿਸੇ ਵੀ ਪੱਤਰਕਾਰ ਦਾ ਕੋਈ ਕੁਐਸਚਨ ਕਰਨ ਦੀ ਹਿੰਮਤ ਨਹੀਂ ਸੀ, ਕਿਉਂਕਿ ਲਗਭਗ ਰਾਤ ਨੂੰ ਜਿਹੜਾ ਜੂਨ ਦੀ 3 ਆ ਦਰਬਾਰ ਸਾਹਿਬ 'ਤੇ ਜਿਹੜਾ ਆ ਉੱਥੇ ਦੀ ਜਿਹੜੀਆਂ ਜ਼ਾਲਮ ਫੌਜਾਂ ਉਹਨਾਂ ਨੇ ਅਟੈਕ ਕਰਨਾ ਸ਼ੁਰੂ ਕਰ ਦੇਣਾ ਸੀ। ਉਸ ਤੋਂ ਪਹਿਲਾਂ ਸਾਰੇ ਪੱਤਰਕਾਰਾਂ ਨੂੰ ਵੀ ਲੱਗਦਾ ਸੀ। ਸੋ ਸੰਤਾਂ ਨੇ ਸਾਰਿਆਂ ਨੂੰ ਕਹਿੰਦੇ ਇੱਕ ਵਾਰੀ ਦੇਖਿਆ ਅਤੇ ਆਪਣੀਆਂ ਘੋਖਵੀਆਂ ਨਜ਼ਰਾਂ ਦੇ ਨਾਲ ਸਾਰਿਆਂ ਦੇ ਚਿਹਰੇ ਪੜ੍ਹਦੇ ਉਹਨਾਂ ਨੇ ਇਹ ਕਿਹਾ ਵੀ ਭਾਈਓ, ਅਸੀਂ ਤਾਂ ਮਾਤ ਲੋਕ ਛੱਡਣ ਲਈ ਤਿਆਰ ਬੈਠੇ ਹਾਂ, ਹੁਣ ਸਾਡਾ ਸਿਰ ਦਿੱਤਿਆਂ ਆਵਾਜ਼ ਨਹੀਂ ਸਰਨਾ। ਇਹ ਜਿਹੜੇ ਆਖਰੀ ਸ਼ਬਦ ਉਹਨਾਂ ਨੇ ਜਿਹੜੇ ਪੱਤਰਕਾਰ ਸੀਗੇ, ਕਾਫੀ ਪੱਤਰਕਾਰ ਉੱਥੇ ਗਏ ਸੀ, ਉਹਨਾਂ ਨੂੰ ਕਹੇ। ਇਹ ਜਿਹੜੇ ਆ ਪੁਸਤਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂਬਰੂ ਉਹਦੇ ਵਿੱਚੋਂ ਲਏ ਗਏ ਆ। ਜੀ ਜੀ, ਬਿਲਕੁਲ। ਸੋ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਦੇ ਲਈ ਆਪਣੀ ਜਾਨ ਨਿਸ਼ਾਵਰ ਜਿਹੜੀ ਉਹ ਕਰ ਦਿੱਤੀ। ਅਤੇ ਆਓ ਆਪਾਂ ਅਮਰੀਕਾ ਦੇ ਵਿੱਚ ਜੋ ਕੁਛ ਘਟ ਰਿਹਾ ਹੈ ਉਸ ਦੇ ਉੱਤੇ ਜੇ ਨਜ਼ਰ ਮਾਰਨੀ ਜਿਹੜੀ ਆਪਾਂ ਸ਼ੁਰੂ ਕਰੀਏ। ਫੇਸਬੁੱਕ ਵਾਲੀ ਪਹਿਲਾਂ ਜੀ ਬਿਲਕੁਲ। ਉਸ ਦੇ ਵਿੱਚ ਇਹ ਵੀ ਇੱਥੇ ਹੀ ਆ ਜੀ ਵਾਪਰੀ, ਕਿਉਂਕਿ ਇੱਥੋਂ ਦੀਆਂ ਕੰਪਨੀਆਂ ਫੇਸਬੁੱਕ ਅਤੇ ਇੰਸਟਾਗ੍ਰਾਮ। ਅੱਜ ਜਦ ਆਪਾਂ ਸਵੇਰੇ ਖਬਰਾਂ ਕਰ ਰਹੇ ਸੀ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਸਿੱਖ ਹੈਸ਼ਟੈਗ ਸੀਗਾ ਉਸ ਨੂੰ ਬਲੌਕ ਕਰ ਦਿੱਤਾ ਗਿਆ। ਇਹ ਕਈ ਜਾਣੇ ਹੁਣ ਇਹ ਕਹਿ ਰਹੇ ਆ ਵੀ ਕਿਸੇ ਦੀ ਅੰਦਰੂਨੀ ਤੌਰ ਦੇ ਉੱਤੇ ਉਹ ਸਾਜ਼ਿਸ਼ ਹੋ ਸਕਦੀ ਹੈ। ਕੋਈ ਜਣਾ ਕਹਿ ਰਿਹਾ ਵੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਸ ਦੇ ਕਰਕੇ ਕੋਈ ਜਿਹੜਾ ਆ ਭਾਰਤੀ ਸਟੇਟ ਦਾ ਵੀ ਇਸ ਦੇ ਪਿੱਛੇ ਜਿਹੜਾ ਨਾਮ ਆ ਉਹ ਲਾ ਰਿਹਾ ਹੈ। ਪਰ ਇੰਸਟਾਗ੍ਰਾਮ ਜਾਂ ਫੇਸਬੁੱਕ ਦੇ ਦੁਆਰਾ ਇਸ ਦੇ ਉੱਤੇ ਅਜੇ ਹਾਲ ਦੀ ਘੜੀ ਕੋਈ ਹੋਰ ਟਿੱਪਣੀ ਜਿਹੜੀ ਉਹ ਨਹੀਂ ਕੀਤੀ ਗਈ, ਦੱਸਿਆ ਨਹੀਂ ਗਿਆ। ਉਹ ਕਹਿੰਦੇ ਜੀ ਅਸੀਂ ਜਾਂਚ ਕਰਕੇ ਅਤੇ ਫਿਰ ਤੁਹਾਨੂੰ ਦੱਸਾਂਗੇ। ਜਿੱਦਾਂ ਹੀ ਆਪਾਂ ਸਵੇਰੇ ਖਬਰਾਂ ਕਰ ਰਹੇ ਸੀ ਉਸ ਤੋਂ ਪਹਿਲਾਂ ਹੀ ਸਵੇਰ ਦਾ ਹੀ ਇਸ ਦੇ ਬਾਬਤ ਰੌਲਾ ਪੈ ਚੁੱਕਾ ਸੀ। ਇੰਸਟਾਗ੍ਰਾਮ, ਫੇਸਬੁੱਕ ਦੇ ਉੱਤੇ ਹੈਸ਼ਟੈਗ ਸਿੱਖ ਜਿਹੜਾ ਉਹ ਨਹੀਂ ਸੀ ਜਿਹੜਾ ਉਹ ਚੱਲ ਰਿਹਾ, ਉਸ ਨੂੰ ਇਹਨਾਂ ਨੇ ਬਲੌਕ ਕਰ ਦਿੱਤਾ ਸੀਗਾ। ਪਰ ਬਾਅਦ ਦੇ ਵਿੱਚ ਜਦੋਂ ਰੌਲਾ ਪਿਆ, ਕਈ ਜਿਹੜੇ ਇੰਟਰਨਲ ਆਪਣੇ ਕੁਛ ਲੋਕ ਇੰਸਟਾਗ੍ਰਾਮ, ਫੇਸਬੁੱਕ 'ਚ ਕੰਮ ਕਰਦੇ ਸੀ, ਉਹਨਾਂ ਨੇ ਜਿਹੜਾ ਆ ਉਹ ਅੰਦਰ ਖਾਤੇ ਇਸ ਇਸ਼ੂ ਨੂੰ ਉਠਾਇਆ ਵੀ, ਅਤੇ ਫਿਰ ਬਾਅਦ ਦੇ ਵਿੱਚ ਇੰਸਟਾਗ੍ਰਾਮ ਦੇ ਵਿੱਚ ਇਹ ਪਹਿਲੋਂ ਚਾਲੂ ਹੋ ਗਿਆ ਸੀਗਾ ਕੁਛ ਘੰਟਿਆਂ ਬਾਅਦ, ਅਤੇ ਫਿਰ ਉਸ ਤੋਂ ਬਾਅਦ 'ਚ ਫੇਸਬੁੱਕ ਦੇ ਉੱਤੇ ਵੀ ਇਹਨਾਂ ਨੇ ਇਸ ਨੂੰ ਚਾਲੂ ਕਰ ਦਿੱਤਾ ਸੀਗਾ, ਅਨਬਲੌਕ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਜਿਨ੍ਹਾਂ ਨੇ ਵੀ ਇਸ ਚੀਜ਼ ਦੇ ਵਿਰੁੱਧ ਆਵਾਜ਼ ਜਿਹੜੀ ਉਹ ਉਠਾਈ ਸੀ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਿਉਂਕਿ ਦੇਖੋ ਇਹ ਬੜੇ ਹੀ ਜਿਹੜੇ ਇੰਪੋਰਟੈਂਟ ਮਹੱਤਤਾ ਰੱਖਦੇ ਨੇ ਇਹ ਜਿਹੜੇ ਦਿਨ, ਅਤੇ ਇਸ ਮੌਕੇ ਜਿਹੜੇ ਸਾਰੇ ਲੋਕ
ਆਪੋ ਆਪਣੀ ਜਿਹੜੀ ਗੱਲ ਆਪੋ ਆਪਣੀ ਰਾਏ ਇਸ ਹੈਸ਼ਟੈਗ ਦੇ ਜ਼ਰੀਏ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਕਰਦੇ ਆ। ਅਤੇ ਅਜਿਹੇ ਮੌਕੇ ਦੇ ਉੱਤੇ ਇਹ ਘਟਨਾ ਜਿਹੜਾ ਆ ਇਹ ਬਹੁਤ ਹੀ ਨਿੰਦਣਯੋਗ ਜਿਹੜਾ ਉਹ ਕਦਮ ਸੀ। ਹਰਜੋਤ ਸਿੰਘ ਜੀ, ਇਹ ਪਹਿਲੀ ਵਾਰੀ ਨਹੀਂ ਹੋਇਆ। ਇਸ ਤਰੀਕੇ ਦੀ ਜਿਹੜੀ ਸੈਂਸਰਸ਼ਿਪ ਜਿਹੜੀ ਆ ਉਹ ਸਿੱਖਾਂ ਦੇ ਨਾਲ ਬੜੇ ਚਿਰ ਤੋਂ ਜਿਹੜੀ ਉਹ ਚੱਲਦੀ ਆ ਰਹੀ ਆ। ਇੱਕ ਵਾਰੀ ਤਾਂ ਜਿਹੜਾ ਵਿਕੀਪੀਡੀਆ, ਜਿਸ ਨੂੰ ਜਿਹੜੀ ਵਿਸ਼ਵ ਦੀ ਇੱਕ ਕਹਿ ਲਓ ਵੀ ਬਹੁਤ ਆਸਾਨੀ ਦੇ ਨਾਲ ਜਿੱਥੋਂ ਇਨਫੋਰਮੇਸ਼ਨ ਡਾਇਰੈਕਟਰੀ ਜਿਹੜੀ ਉਹ ਕਹੀ ਜਾਂਦੀ ਆ, ਉੱਥੇ ਜਿਹੜੇ ਸਿੱਖਾਂ ਦੇ ਨਾਲ ਰਿਲੇਟਿਡ ਆਰਟੀਕਲਸ ਆ, ਕਈਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਉਹਨਾਂ ਨੇ ਹੇਰ-ਫੇਰ ਹਿਸਟਰੀ ਦੇ ਵਿੱਚ ਉਹਨਾਂ ਨੇ ਚੇਂਜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਅਤੇ ਇੱਕ ਵਾਰੀ ਜਿਹੜਾ ਸਿੱਖਿਜ਼ਮ ਕਰਕੇ ਸੀਗਾ ਉਹਨਾਂ ਦਾ, ਉਹ ਪੂਰੇ ਦਾ ਪੂਰਾ ਆਰਟੀਕਲ ਹੀ ਜਿਹੜਾ ਉਹਨਾਂ ਨੇ ਉਡਾ ਦਿੱਤਾ ਸੀਗਾ। ਸੋ ਬਿਲਕੁਲ, ਜਦੋਂ ਹੀ ਸਵੇਰੇ ਫੇਸਬੁੱਕ ਤੇ ਟਵਿੱਟਰ ਦੇ ਉੱਤੇ ਜਿਹੜਾ ਇੰਸਟਾਗ੍ਰਾਮ ਦੇ ਉੱਤੇ ਜਿਹੜਾ ਹੈਸ਼ਟੈਗ ਸਿੱਖ ਸ਼ਬਦ ਨੂੰ ਬਲੌਕ ਕਰ ਦਿੱਤਾ ਗਿਆ, ਪੂਰੀ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਸਿੱਖ ਆ ਉਹਨਾਂ ਦੇ ਅੰਦਰ ਜਿਹੜਾ ਰੋਹ ਦੇਖਣ ਨੂੰ ਮਿਲਿਆ। ਸੋ ਇਹ ਜਿਹੜਾ ਪਾਬੰਦੀਆਂ ਲੱਗਣੀਆਂ ਇਹਨਾਂ ਦਿਨਾਂ ਦੇ ਵਿੱਚ ਕਈ ਸਵਾਲ ਖੜੇ ਕਰਦਾ, ਖਾਸ ਕਰਕੇ ਜੂਨ ਦੇ ਪਹਿਲੇ ਹਫ਼ਤੇ ਘੱਲੂਘਾਰਾ ਜੂਨ 1984 ਵੱਲੋਂ ਯਾਦ ਕੀਤਾ ਜਾਂਦਾ ਹੈ, ਜਦੋਂ ਭਾਰਤ ਦੀ ਫੌਜ ਨੇ ਸਿੱਖਾਂ ਦੇ ਜਿਹੜੇ ਕੇਂਦਰੀ ਧਾਰਮਿਕ ਸਥਾਨ ਆ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰੂ ਘਰਾਂ ਦੇ ਜਿਹੜਾ ਹਮਲਾ ਕਰਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ। ਸੋ ਇਹਨਾਂ ਦਿਨਾਂ 'ਚ ਸੋਸ਼ਲ ਮੀਡੀਆ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਹਮਲੇ ਦੇ ਸੰਬੰਧੀ ਪੋਸਟਾਂ ਦਾ ਹੜ੍ਹ ਆਇਆ ਹੋਇਆ ਸੀ। ਸੋ ਇਹਦੇ ਪਿੱਛੇ ਸ਼ਰੇਆਮ ਸਿੱਖ ਏਜੰਸੀਆਂ ਦਾ ਹੱਥ ਲੱਗਦਾ ਹੈਗਾ ਆ, ਸਿੱਖਾਂ ਦੇ ਖਿਲਾਫ ਚੱਲਣ ਵਾਲੀ। ਬਿਲਕੁਲ, ਅੰਗਰੇਜ਼ੀ ਦੀਆਂ ਜਿਹੜੀਆਂ ਪੋਇਮਸ, ਕਵਿਤਾਵਾਂ ਲਿਖਣ ਵਾਲੀ ਇੱਕ ਕੈਨੇਡਾ ਦੀ ਆਪਣੀ ਬੱਚੀ ਹੈਗੀ ਰੂਪੀ ਕੌਰ, ਉਸ ਨੇ ਜਦੋਂ ਫੇਸਬੁੱਕ 'ਤੇ ਬੋਲਣ ਦੀ ਆਜ਼ਾਦੀ ਬਾਰੇ ਜਿਹੜਾ ਦੋਗਲਾਪਣ ਦੱਸਦਿਆਂ ਟਵੀਟ ਕੀਤਾ, ਅਤੇ ਜਿਹੜਾ ਜ਼ਕਰਬਰਗ ਇੱਕ ਪਾਸੇ ਤਾਂ ਫੇਸਬੁੱਕ ਦੇ ਸਿਧਾਂਤ ਨੂੰ ਉਹ ਟਰੰਪ ਦੇ ਹਿੰਸਾ ਭੜਕਾਉਣ ਅਤੇ ਨਫ਼ਰਤ ਫੈਲਾਉਣ ਵਾਲੀਆਂ ਪੋਸਟਾਂ 'ਤੇ ਪਾਬੰਦੀ ਲਾਉਣ ਤੋਂ ਵਰਜਦਾ ਆ, ਪਰ ਜਦੋਂ 1984 ਵਿੱਚ ਜ਼ੁਲਮ ਖਿਲਾਫ ਆਵਾਜ਼ ਚੁੱਕਦੇ ਆ ਤਾਂ ਸਿੱਖ ਹੈਸ਼ਟੈਗ ਨੂੰ ਬਲੌਕ ਕਰ ਦਿੱਤਾ ਜਾਂਦਾ ਆ। ਹਾਲਾਂਕਿ ਸ਼ਬਦ ਸਿੱਖ ਆ, ਕੋਈ ਇਹਦੇ 'ਚ ਖਾਲਿਸਤਾਨ ਦਾ ਨਾਂ ਨਹੀਂ ਸੀ, ਕੋਈ ਕਿਸੇ ਤਰ੍ਹਾਂ ਦਾ ਹੋਰ ਕੋਈ ਖਾੜਕੂ ਸ਼ਬਦ ਦਾ ਨਾਮ ਨਹੀਂ ਸੀ। ਜਿਵੇਂ ਉਹਨਾਂ ਨੇ ਦੇਖਿਆ ਨਾ ਵੀ ਲਾਰਜਰ ਜਿਹੜੇ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਹੈਸ਼ਟੈਗ ਸਿੱਖ ਆ ਉਹ ਸਾਰੇ ਵਰਤਦੇ ਆ। ਕੋਈ ਸਿੱਖ ਜੈਨੋਸਾਈਡ ਵਰਤਦਾ ਆ, ਕੋਈ ਨਹੀਂ ਵਰਤਦਾ ਆ, ਕੋਈ 1984 ਵਰਤਦਾ ਨਹੀਂ ਵਰਤਦਾ, ਪਰ ਸਿੱਖ ਜਿਹੜੇ ਆ ਉਹ ਸਾਰੇ ਹੀ ਵਰਤਦੇ ਆ। ਸੋ ਉਹਨਾਂ ਨੇ ਉਹ ਸਾਰੀਆਂ ਪੋਸਟਾਂ ਨੂੰ ਹੀ ਜਿਹੜਾ ਆ ਲੁਕਾਉਣ ਦੀ ਕੋਸ਼ਿਸ਼ ਕੀਤੀ। ਉੱਧਰੋਂ ਆਪਾਂ ਇਹ ਵੀ ਖਬਰਾਂ ਜਿਹੜੀਆਂ ਉਹ ਦੇਖੀਆਂ ਹਰਜੋਤ ਸਿੰਘ ਜੀ, ਕਿਸ ਤਰੀਕੇ ਦੇ ਨਾਲ ਜਿਹੜੇ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਮੁੰਡਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਆ, ਜਿਨ੍ਹਾਂ ਦੇ ਕੋਲ ਕਿਸੇ ਵੀ ਤਰੀਕੇ ਦਾ ਜਿਹੜਾ ਇੱਦਾਂ ਦਾ ਸਿੱਖ ਲਿਟਰੇਚਰ ਆਖਿਆ ਜਾ ਰਿਹਾ ਜਾਂ ਸੰਤਾਂ ਦੀ ਤਸਵੀਰ ਦੀਆਂ ਜਿਹੜੀਆਂ ਉਹਨਾਂ ਦੇ ਕੋਲੋਂ ਜਿਹੜੀ ਉਹ ਮਿਲਦੀ ਆ, ਉਸ ਦੇ ਬਾਬਤ ਜਿਹੜਾ ਆ ਉਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਆ। ਸੋ ਜਿਹੜੀਆਂ ਭਾਰਤੀ ਏਜੰਸੀਆਂ ਵੀ ਬਹੁਤ ਜਿਹੜੀ ਤਿਰਛੀ ਨਜ਼ਰ ਜਿਹੜੀ ਇਸ ਦੇ ਉੱਤੇ ਰੱਖੀ ਬੈਠੀਆਂ ਹੈਗੀਆਂ। ਸੋ ਬਿਲਕੁਲ ਇਸੇ ਤਰ੍ਹਾਂ ਇੰਸਟਾਗ੍ਰਾਮ ਦੇ ਮੁਖੀ ਜਿਹੜੀ ਮੈਡਮ ਮੌਸਰੀ ਆ, ਉਸਨੇ ਵੀ ਰੂਪੀ ਕੌਰ ਦੇ ਜਿਹੜੇ ਟਵੀਟ ਆ ਉਹਦਾ ਜਵਾਬ ਦਿੰਦੇ ਆ ਕਿਹਾ ਵੀ ਪਤਾ ਨਹੀਂ ਇੱਥੇ ਕੀ ਚੱਲ ਰਿਹਾ, ਪਰ ਅਸੀਂ ਇਹਦੀ ਜਾਂਚ ਕਰ ਰਹੇ ਹਾਂ, ਛੇਤੀ ਪਤਾ ਲਗਾਵਾਂਗੇ ਅਤੇ ਸੁਚੇਤ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਹੋਰ ਜਵਾਬ 'ਚ ਦਿੰਦੇ ਆ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਸਿੱਖ ਹੈਸ਼ਟੈਗ ਕਿਵੇਂ ਬਲੌਕ ਹੋਇਆ, ਹੁਣ ਇਸ ਨੂੰ ਇੰਸਟਾਗ੍ਰਾਮ ਤੋਂ ਅਨਬਲੌਕ ਕਰ ਦਿੱਤਾ ਗਿਆ ਅਤੇ ਅਸੀਂ ਫੇਸਬੁੱਕ ਤੋਂ ਵੀ ਅਨਬਲੌਕ ਕਰ ਰਹੇ ਹਾਂ, ਪਰ ਹੁਣ ਅਨਬਲੌਕ ਹੋ ਗਿਆ ਹੈਗਾ ਇਹ, ਅਤੇ ਇਹਦੀ ਜਾਂਚ ਵੀ ਕਰ ਰਹੇ ਹਾਂ। ਕਹਿੰਦੇ ਸਿੱਖ ਹੈਸ਼ਟੈਗ ਬਲੌਕ ਕਰਨ ਬਾਰੇ ਜਿਹੜੇ ਲੋਕ ਟਿੱਪਣੀਆਂ ਕਰ ਰਹੇ ਆ ਕਿ ਧਾਰਮਿਕ ਅਤੇ ਕੌਮੀ ਪਛਾਣ 'ਤੇ ਹਮਲਾ ਆ ਅਤੇ ਇਹ ਪਛਾਣ ਨੂੰ ਸਮਾਜਿਕ ਤੌਰ 'ਤੇ ਬਦਨਾਮ ਕਰਨ ਬਰਾਬਰ ਹੈ। ਕਈਆਂ ਨੇ ਇਸ ਨੂੰ ਨਸਲਕੁਸ਼ੀ ਵਰਗਾ ਅਹਿਸਾਸ ਦੱਸਿਆ। ਜਿਸ ਤਰ੍ਹਾਂ ਤੁਸੀਂ ਦੱਸਦੇ ਆ ਵੀ ਭਾਰਤ ਦੀਆਂ ਏਜੰਸੀਆਂ ਕੰਮ ਕਰ ਰਹੀਆਂ, ਅੱਜ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਜਿਹੜੇ ਗੁਰੂ ਘਰ ਆ ਉਹਨਾਂ ਦੇ ਫਰੰਟ ਦੇ ਉੱਤੇ ਸੰਤ ਜਰਨੈਲ ਸਿੰਘ ਜੀ, ਜਿਹੜੇ ਸ਼ਹੀਦ ਜਨਰਲ ਸਵੇਕ ਸਿੰਘ ਸੀ, ਅਤੇ ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ, ਉਹਨਾਂ ਦੀਆਂ ਪਿਕਚਰਾਂ ਬਹੁਤ ਗੁਰੂ ਘਰਾਂ ਦੇ ਸਾਹਮਣੇ 10-10 ਫੁੱਟ ਉੱਚੀਆਂ ਲਾਈਆਂ। ਅਤੇ ਇੱਕ ਉੱਥੇ ਟੰਡਨ ਨਾਮ ਦੀ ਬੀਬੀ ਹੈਗੀ ਆ ਜਿਹੜੇ ਇੰਡੀਅਨ ਮੀਡੀਆ ਲਈ ਕੰਮ ਕਰਦੀ ਆ, ਹਮੇਸ਼ਾ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਰਹਿੰਦੀ ਆ, ਅਤੇ ਉੱਥੇ ਸਾਹਮਣੇ ਫੋਟੋਆਂ ਖਿੱਚ ਰਹੀ ਸੀ। ਫਿਰ ਉਹਨੂੰ ਸਿੱਖਾਂ ਨੇ ਕਨਫਰੰਟ ਕੀਤਾ ਵੀ ਭਾਈ ਆਹ ਤਾਂ ਫੋਟੋਆਂ ਖਿੱਚ ਰਹੀ ਆ, ਵੀ ਬਾਕੀਆਂ ਬਾਰੇ ਵੀ ਕਦੇ ਜਿਹੜੇ ਸਿੱਖ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਦਾਨ ਕਰ ਰਹੇ ਆ, ਲੰਗਰ ਲਾ ਰਹੇ ਆ, ਈਵਨ ਇੰਡੀਆ ਦੇ ਵਿੱਚ ਲੱਖਾਂ ਦੇ ਹਿਸਾਬ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਘਰੋਂ ਬੇਘਰ ਕੀਤਾ ਹੈਗਾ ਕਰੋਨਾ ਵਾਇਰਸ ਦੇ ਦੌਰਾਨ, ਸਿੱਖਾਂ ਨੇ ਹੀ ਉਹਨਾਂ ਦੀ ਬਾਂਹ ਫੜੀ ਆ, ਕਦੇ ਉਹਦੇ ਬਾਰੇ ਸੱਚ ਵੀ ਬੋਲਿਆ ਕਰੋ। ਸੋ ਬੀਬੀ ਉੱਥੇ ਚੁੱਪ ਰਹੀ, ਪਰ ਫੋਟੋਆਂ ਖਿਚਾ ਕੇ ਉਹ ਜਿਹੜੀ ਫੋਟੋਆਂ ਖਿੱਚ ਕੇ ਜਿਹੜੀ ਆ ਭਾਰਤੀ ਮੀਡੀਆ ਦੇ ਲਈ ਉਹ ਬੀਬੀ ਉੱਥੋਂ ਤੁਰਦੀ ਬਣੀ। ਇੱਕ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ, ਜਿੱਥੇ ਕਿਤੇ ਤੁਹਾਨੂੰ ਇੱਦਾਂ ਦੇ ਜਿਹੜੇ ਭਾਰਤ ਦੇ ਜਿਹੜੇ ਹੈਗੇ ਆ ਦੁਮਛੱਲੇ ਦਿਸਦੇ ਆ ਨਾ, ਉਹਨਾਂ ਨੂੰ ਐਕਸਪੋਜ਼ ਜ਼ਰੂਰ ਕਰਿਆ ਕਰੋ ਭਈ ਅਸੀਂ ਕਿਸੇ ਧਰਮ ਦੇ ਉਲਟ ਨਹੀਂ ਹੈ, ਨਾ ਅਸੀਂ ਕਿਸੇ ਕੌਮ ਦੇ ਉਲਟ ਆ, ਸਾਡੇ ਨਾਲ ਜਿਹੜਾ ਕਤਲੇਆਮ ਹੋਇਆ ਅਸੀਂ ਉਹਦੇ ਬਾਰੇ ਹੀ ਦੱਸ ਰਹੇ ਹੈਗੇ ਆ। ਜੀ ਬਿਲਕੁਲ। ਅਤੇ ਵਾਪਸ ਜਿਹੜੇ ਅਮਰੀਕਾ ਦੇ ਵਿੱਚ ਚੱਲ ਰਹੇ ਪ੍ਰੋਟੈਸਟ ਆ ਉਹਨਾਂ ਦੇ ਉੱਤੇ ਜੇ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ,
ਤਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਕਰਫਿਊ ਵਗੈਰਾ ਜਿਹੜੇ ਉਹ ਲੱਗੇ ਸੀ, ਉਹ ਕਈ ਥਾਵਾਂ ਦੇ ਉੱਤੇ ਉਸ ਦੇ ਵਿੱਚ ਢੇਲੀਆਂ ਜਿਹੜੇ ਉਹ ਉਠਾ ਵੀ ਲਏ ਗਏ ਨੇ। ਅੱਜ ਜਿਹੜੀ ਸਭ ਤੋਂ ਵੱਡੀ ਖਬਰ ਇਹ ਆਈ ਆ ਵੀ 3 ਜਿਹੜੇ ਉਸ ਪੁਲਿਸ ਵਾਲੇ ਦੇ ਨਾਲ 24 ਦੇ ਨਾਲ ਉਹਨਾਂ ਨੂੰ ਵੀ ਜਿਹੜਾ ਉਹ ਚਾਰਜ ਕੀਤਾ ਗਿਆ ਆ। ਜਿਹੜੇ ਮਿਨੇਸੋਟਾ ਦੇ ਅਟਾਰਨੀ ਜਨਰਲ ਹੈਗੇ ਆ, ਜਾਰਜ ਫਲੋਇਡ ਦੇ ਜਿਹੜੇ ਕਤਲ ਦੇ ਮਾਮਲੇ ਦੇ ਵਿੱਚ ਜਿਹੜੇ 4 ਉਹ ਸਾਬਕਾ ਹੁਣ ਪੁਲਿਸ ਵਾਲੇ ਹੋ ਗਏ ਆ, ਉਹਨਾਂ ਦੇ ਉੱਤੇ ਨਵੇਂ ਚਾਰਜਸ ਜਿਹੜੇ ਆ ਉਹ ਲਾ ਦਿੱਤੇ ਗਏ ਹੈਗੇ ਆ। ਸੋ 25 ਮਈ ਨੂੰ ਜਾਰਜ ਫਲੋਇਡ ਦਾ ਕਤਲ ਜਿਹੜਾ ਡੈਰਿਕ ਚੌਬਿਨ ਉਸ ਦੇ ਦੁਆਰਾ ਕਰ ਦਿੱਤਾ ਗਿਆ ਸੀਗਾ। ਉਸ ਦੀ ਧੌਣ ਦੇ ਉੱਤੇ ਜਿਹੜਾ ਆ ਉਹ ਗੋਡਾ ਉਸਨੇ ਧਰੀ ਰੱਖਿਆ ਤਕਰੀਬਨ ਪੌਣੇ 9 ਮਿੰਟ ਤੱਕ ਦੇ ਲਈ। ਉਸ ਦੇ ਨਾਲ ਜਿਹੜੇ ਹਰਜੋਤ ਸਿੰਘ ਜੀ 3 ਸਾਥੀ ਜਿਹੜੇ ਪੁਲਿਸ ਵਾਲੇ ਸੀ, ਜਿਹੜੇ ਬਸ ਉੱਥੇ ਮੂਕ ਦਰਸ਼ਕ ਬਣ ਕੇ ਖੜੇ ਰਹੇ ਸੀਗੇ, ਕਿਸੇ ਤਰੀਕੇ ਨੂੰ ਉਸ ਨੂੰ ਆਫੀਸਰ ਜਿਹੜਾ ਸੀਗਾ ਉਸ ਨੂੰ ਰੋਕਿਆ ਨਹੀਂ। ਉਹਨਾਂ ਦੇ ਉੱਤੇ ਜਿਹੜੇ ਏਡਿੰਗ ਐਂਡ ਅਬੇਟਿੰਗ ਯਾਨੀ ਕਿ 2nd ਡਿਗਰੀ ਮਰਡਰ ਚਾਰਜ ਦੇ ਵਿੱਚ ਸਾਥ ਜਿਹੜਾ ਉਹ ਦੇਣ ਦੇ ਲਈ ਅਤੇ ਨਾਲ ਹੀ 2nd ਡਿਗਰੀ ਮਰਡਰ ਜਿਹੜਾ ਮੈਨ ਸਲੌਟਰ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਉਹ ਚਾਰਜਸ ਲਾਏ ਗਏ ਆ। ਇਹਨਾਂ ਦੇ ਵਿੱਚ ਜੇ ਅਲੈਗਜ਼ੈਂਡਰ ਕੁਐਂਗ, ਥੋਮਸ ਲੇਨ ਅਤੇ ਟਾਓ ਥਾਓ ਨਾਮ ਦੇ ਜਿਹੜੇ 3 ਜਿਹੜੇ ਪੁਲਿਸ ਵਾਲੇ ਹੈਗੇ ਆ। ਕਹਿੰਦੇ ਵੀ ਜੇ ਇਹ ਦੋਸ਼ ਇਹਨਾਂ ਦੇ ਉੱਤੇ ਸਾਬਤ ਹੋ ਜਾਂਦੇ ਨੇ ਤਾਂ ਇਹਨਾਂ ਨੂੰ 40 ਸਾਲ ਤੱਕ ਦੀ ਸਜ਼ਾ ਜਿਹੜੀ ਆ ਉਹ ਹੋ ਸਕਦੀ ਆ। ਉੱਧਰ ਜਿਹੜਾ ਡੈਰਿਕ ਚੌਬਿਨ ਆ ਉਸ ਦੇ ਉੱਤੇ ਜਿਹੜਾ ਲਾਸਟ ਵੀਕ ਉਸ ਨੂੰ ਜਿਹੜਾ 3rd ਡਿਗਰੀ ਮਰਡਰ, 2nd ਡਿਗਰੀ ਮੈਨ ਸਲੌਟਰ ਜਿਹੜਾ ਚਾਰਜਸ ਉਹ ਲਾਇਆ ਗਿਆ ਸੀਗਾ, ਅਤੇ ਚਾਰਜ ਆਫ 2nd ਡਿਗਰੀ ਮਰਡਰ ਅਨਇੰਟੈਂਸ਼ਨਲ ਵਾਈਲ ਕਮਿਟਿੰਗ ਏ ਫੈਲਨੀ, ਇਹ ਜਿਹੜਾ ਨਵਾਂ ਇਸ ਦੇ ਵਿੱਚ ਜਿਹੜੇ ਚਾਰਜਸ ਆ ਉਹ ਐਡ ਕਰ ਦਿੱਤੇ ਗਏ ਆ। ਇਹ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਹੈ। ਅਤੇ 24 ਵੀ ਜੇ ਇਸ ਦਾ ਦੋਸ਼ੀ ਪਾਇਆ ਜਾਂਦਾ ਤਾਂ 40 ਸਾਲ ਤੱਕ ਦੀ ਜਿਹੜੀ ਆ ਉਹ ਸਜ਼ਾ ਜਿਹੜੀ ਇਸ ਨੂੰ ਹੋ ਸਕਦੀ ਹੈਗੀ ਆ। ਸੋ ਜਿਹੜੀ ਹਰਜੋਤ ਸਿੰਘ ਜੀ ਗੱਲ ਇਸ ਦੇ ਵਿੱਚ ਇਹ ਵੀ ਦੇਖਣ ਵਾਲੀ ਸੀ ਵੀ ਜਿਹੜੀ ਇਹ ਮਿਨੀਐਪੋਲਿਸ ਦੀ ਪੁਲਿਸ ਦੇ ਵਿੱਚ ਜਿਹੜੇ 3 ਪੁਲਿਸ ਵਾਲੇ ਹੋਰ ਜਿਨ੍ਹਾਂ ਨੂੰ ਕੀਤਾ ਆ, ਉਹਨਾਂ ਦੇ ਵਿੱਚੋਂ ਇੱਕ ਆਪ ਮਾਈਨੋਰਟੀ ਦਾ ਸੀਗਾ, ਉਹ ਵੀ ਜਿਹੜਾ ਉੱਥੇ ਚੁੱਪ ਇੱਕ ਮੁੱਖ ਦਰਸ਼ਕ ਬਣ ਕੇ ਜਿਹੜਾ ਉਹ ਖੜਾ ਰਿਹਾ। ਜਦ ਕਿ ਚੌਬਿਨ ਜਦ ਉਸਨੇ ਉਹ ਕਰ ਰਿਹਾ ਸੀਗਾ, ਉਹ ਸਾਹ ਨਹੀਂ ਆ ਰਿਹਾ, ਉਹ ਕਹਿ ਰਿਹਾ ਸੀਗਾ, ਪਲਸ ਉਹਦੀ ਬੰਦ ਹੋ ਗਈ, ਪਰ ਫਿਰ ਵੀ ਉਸ ਬੰਦੇ ਨੇ ਉਸ ਦੀ ਧੌਣ ਤੋਂ, ਫਲੋਇਡ ਦੀ ਧੌਣ ਤੋਂ ਜਿਹੜਾ ਗੋਡਾ ਆ ਉਹ ਉਸਨੇ ਨਹੀਂ ਸੀ ਚੱਕਿਆ। ਸੋ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਜਿਸ ਥਾਂ ਦੇ ਉੱਤੇ ਹਰਜੋਤ ਸਿੰਘ ਜੀ ਉਸ ਦਾ ਕਤਲ ਕੀਤਾ ਗਿਆ ਅਤੇ ਉਸ ਥਾਂ ਦੇ ਉੱਤੇ ਲੋਕਾਂ ਨੇ ਹੁਣ ਫੁੱਲ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਰੱਖ ਕੇ ਉਸ ਨੂੰ ਜਿਹੜੀ ਸ਼ਰਧਾਂਜਲੀ ਜਿਹੜੇ ਲੋਕ ਆ ਉੱਥੇ ਭੇਂਟ ਕਰ ਰਹੇ ਹੈਗੇ ਆ। ਬਹੁਤ ਸ਼ਹਿਰਾਂ ਦੇ ਵਿੱਚ ਬਹੁਤ ਹੀ ਵੱਡੇ ਪੈਮਾਨੇ ਦੇ ਉੱਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਕੱਲੇ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਇਹਨਾਂ ਪ੍ਰੋਟੈਸਟ ਦੇ ਵਿੱਚ ਅੱਜ ਫਿਰ ਸ਼ਮੂਲੀਅਤ ਉਹ ਕੀਤੀ ਹੈਗੀ ਆ। ਬਿਲਕੁਲ ਜਿਸ ਟਾਈਮ ਆਪਾਂ ਬੋਲ ਰਹੇ ਹਾਂ ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਵੱਡਾ ਜਿਹੜਾ ਆ ਪ੍ਰੋਟੈਸਟ ਹੋ ਰਿਹਾ ਹੈਗਾ ਆ। ਸੈਨ ਫਰਾਂਸਿਸਕੋ ਡੋਲੋਰਸ ਪਾਰਕ ਦੇ ਵਿੱਚ ਪ੍ਰੋਟੈਸਟ ਹੋ ਰਿਹਾ। ਕਹਿੰਦੇ ਉੱਥੇ ਇੱਕ ਬੀਬੀ ਜਿਹੜੀ ਸੰਬੋਧਨ ਕਰ ਰਹੀ ਹੈਗੀ ਆ ਅਤੇ ਟੈਨਿਸ ਕੋਰਟ ਦੇ ਆਲੇ ਦੁਆਲੇ ਲੋਕ ਕਾਫੀ ਜਿਹੜੇ ਇਕੱਠੇ ਹੋਏ ਆ। ਕਿਸੇ ਤਰ੍ਹਾਂ ਦੀ ਅਣਸਕਾਮੀ ਜਿਹੜੀ ਘਟਨਾ ਦੀ ਕੋਈ ਗੱਲਬਾਤ ਨਹੀਂ ਹੋਈ। ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਆ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਨੇ ਹੁਣ ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ ਇੱਕ ਜਿਹੜਾ ਕੰਟਰੋਵਰਸ਼ੀਅਲ ਕਰਫਿਊ ਲਾਇਆ ਸੀ ਉਸ ਨੂੰ ਉਠਾ ਲਿਆ ਆ। ਸਵੇਰ ਤੋਂ ਹੀ ਜਿਹੜਾ ਫਿਰ ਉੱਥੇ ਕੋਈ ਕਰਫਿਊ ਨਹੀਂ ਹੋਊਗਾ। ਬੇ ਏਰੀਏ ਦੇ ਬਹੁਤ ਸਾਰੇ ਸ਼ਹਿਰਾਂ ਨੇ ਸ਼ਾਮ ਦੇ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਕਰਫਿਊ ਲਾਇਆ ਸੀ, ਕਿਉਂਕਿ ਕਈ ਸ਼ਹਿਰਾਂ ਦੇ ਵਿੱਚ ਲੁੱਟਮਾਰ ਹੋਈ ਸੀ। ਓਕਲੈਂਡ ਦੇ ਵਿੱਚ ਸੈਨ ਲਿਆਂਡਰੋ 'ਚ $5 ਮਿਲੀਅਨ ਦਾ ਜਿਹੜਾ ਕਾਰਾਂ ਦਾ ਡੀਲਰਸ਼ਿਪ ਦਾ ਨੁਕਸਾਨ ਹੋਇਆ। ਇਸੇ ਤਰ੍ਹਾਂ ਵਾਲਨਟ ਕ੍ਰੀਕ 'ਚ। ਪਰ ਹੁਣ ਹੌਲੀ ਜਿਹੜੇ ਆ ਸ਼ਹਿਰ ਜਿਹੜੇ ਈਵਨ ਸੈਨੋਜ਼ੇ ਨੇ ਵੀ ਕਹਿਤਾ ਵੀ ਅੱਜ ਲਾਸਟ ਡੇ ਹੋਊਗਾ ਕਰਫਿਊ ਦਾ, ਉਸ ਤੋਂ ਬਾਅਦ ਜਿਹੜਾ ਕਰਫਿਊ ਚੱਕ ਲਿਆ ਗਿਆ ਹੈਗਾ। ਸੋ ਹੌਲੀ ਜਿਹੜੇ ਪ੍ਰੋਟੈਸਟ ਆ ਉਹ ਬਿਲਕੁਲ ਸਹੀ ਚੱਲ ਰਹੇ ਹੈਗੇ ਆ। ਕਿਸੇ ਤਰ੍ਹਾਂ ਦੀ ਜਿਹੜੀ ਅਣਸਕਾਮੀ ਘਟਨਾ ਆ ਹੁਣ ਉਹ ਨਹੀਂ ਹੋ ਰਹੀ। ਜੀ ਬਿਲਕੁਲ। ਉੱਧਰ ਆਰਮੀ ਜਿਹੜੀ ਕਿ ਪਲਾਨ ਕਰ ਰਹੀ ਸੀ ਪਹਿਲਾਂ ਵੀ ਐਕਟਿਵ ਡਿਊਟੀ ਸੋਲਜਰਸ ਆ ਉਹਨਾਂ ਨੂੰ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਉਹ ਘੱਲਿਆ ਜਾਵੇ, ਅੱਜ ਉਹਨਾਂ ਨੇ ਉਹ ਪਲਾਨ ਜਿਹੜਾ ਉਹ ਵਾਪਸ ਲੈ ਲਿਆ ਹੈਗਾ ਆ। ਡਿਫੈਂਸ ਸੈਕਟਰੀ ਮਾਰਕ ਐਸਪਰ ਜਿਹੜੇ ਆ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਆ ਉਹ ਸੰਬੋਧਿਤ ਜਿਹੜਾ ਉਹ ਕੀਤਾ, ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਵੱਡੀ ਖਬਰ ਇਹ ਰਹੀ ਆ ਜਿਹੜੇ ਸਾਬਕਾ ਡਿਫੈਂਸ ਸੈਕਟਰੀ ਜਿਮ ਮੈਟਿਸ ਰਾਸ਼ਟਰਪਤੀ ਟਰੰਪ ਦੇ ਕਾਫੀ ਇੱਕ ਟਾਈਮ ਦੇ ਨਜ਼ਦੀਕੀ ਸੀਗੇ, ਉਹਨਾਂ ਨੇ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਉੱਤੇ ਜਿਹੜੇ ਇਹ ਦੋਸ਼ ਲਾਏ ਨੇ ਵੀ ਕਹਿੰਦੇ ਵੀ ਜਿਹੜੇ ਇਸ ਟਾਈਮ ਰਾਸ਼ਟਰਪਤੀ ਟਰੰਪ ਨੇ ਉਹ ਅਮਰੀਕਾ ਨੂੰ ਡਿਵਾਈਡ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਜਿਮ ਮੈਟਿਸ ਤੇ ਜਿਹੜੇ ਡੋਨਲਡ ਟਰੰਪ ਆ ਉਹਨਾਂ ਦੀ ਫਾਲਆਊਟ ਅਖੀਰ ਦੇ ਵਿੱਚ ਜਿਹੜਾ ਇਹ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਵੀ ਕਦੀ ਜਿਹੜੇ ਰਾਸ਼ਟਰਪਤੀ ਦੇ
ਉਲਟ ਉਹਨਾਂ ਨੇ ਇੱਕ ਅੱਧੀ ਵਾਰੀ ਜਿਹੜਾ ਉਹ ਬੋਲਿਆ ਆ। ਪਰ ਅੱਜ ਜਾਰਜ ਫਲੋਇਡ ਦੀ ਕਿਲਿੰਗ ਦੇ ਬਾਬਤ ਹੋ ਰਹੇ ਪ੍ਰੋਟੈਸਟਸ ਆ, ਉਹਨਾਂ ਨੂੰ ਲੈ ਕੇ ਤੇ ਰਾਸ਼ਟਰਪਤੀ ਦੁਆਰਾ ਜਿਹੜੀਆਂ ਧਮਕੀਆਂ ਦੇਣੀਆਂ ਵੀ ਅਸੀਂ ਅਮਰੀਕੀ ਲੋਕਾਂ ਨੂੰ ਅਮਰੀਕੀ ਫੌਜ ਦੇ ਨਾਲ ਜਿਹੜਾ ਉਹ ਕਾਬੂ ਕਰਾਂਗੇ ਅਤੇ ਜਿਹੜੀ ਫੋਰਸ ਦੇ ਨਾਲ ਜਿਹੜਾ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ਾਂ ਕਰਾਂਗੇ, ਉਸ ਦੇ ਉੱਤੇ ਜਿਹੜੇ ਉਹ ਉਹਨਾਂ ਨੇ ਬੋਲਿਆ ਵੀ ਰਾਸ਼ਟਰਪਤੀ ਟਰੰਪ ਡਿਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਹਿੰਦੇ ਵੀ ਮੈਂ ਆਪਣੇ ਜੀਵਨ ਦੇ ਵਿੱਚ ਜਿਹੜਾ ਉਹ ਕਦੀ ਨਹੀਂ ਇੱਦਾਂ ਦੇਖਿਆ। ਕਹਿੰਦੇ ਡੋਨਲਡ ਟਰੰਪ ਪਹਿਲੇ ਰਾਸ਼ਟਰਪਤੀ ਆ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਜਿਹੜੇ ਲੋਕਾਂ ਨੂੰ ਯੂਨਾਈਟ ਕਰਨ ਦੀ ਥਾਂ ਦੇ ਉੱਤੇ ਕਹਿੰਦੇ ਆ ਵੀ ਉਹ ਕਹਿੰਦੇ ਪ੍ਰਟੈਂਡ ਵੀ ਨਹੀਂ ਕਰ ਰਹੇ, ਟਰਾਈ ਵੀ ਨਹੀਂ ਕਰ ਰਹੇ, ਕਹਿੰਦੇ ਬਲਕਿ ਉਹ ਅਮਰੀਕੀਆਂ ਨੂੰ ਇੱਕ ਦੂਜੇ ਦੇ ਨਾਲੋਂ ਅਲੱਗ ਥਲੱਗ ਡਿਵਾਈਡ ਕਰਨ ਦੀ ਵਿੱਚ ਦਰਾਰਾਂ ਪਾਉਣ ਦੀਆਂ ਕੋਸ਼ਿਸ਼ਾਂ ਆ ਉਹ ਕਰ ਰਹੇ ਨੇ ਜੀ। ਇਸੇ ਤਰ੍ਹਾਂ ਗੁਆਂਢੀ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਹੈ। ਕੈਨੇਡਾ ਦੇ ਵਿੱਚ ਕਹਿੰਦੇ ਕਰੋਨਾ ਵਾਇਰਸ ਨੂੰ ਲੈ ਕੇ ਹੁਣ ਕੈਨੇਡੀਅਨ ਜਿਹੜੇ ਆ ਉਹ ਬਾਹਰਲੇ ਮੁਲਕਾਂ 'ਚ ਇਸ ਗਰਮੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਕਹਿੰਦੇ ਵਕੇਸ਼ਨ ਨਹੀਂ ਕਰੂਗੇ, ਮੇ ਵੀ ਵਿਦਇਨ ਕੈਨੇਡਾ ਹੀ ਕਰੂਗੇ। ਹੋਰ ਵੀ ਜਿਹੜੀ ਖਬਰ ਆ ਰਹੀ ਆ ਵੀ ਕੈਨੇਡਾ ਦੇ ਵਿੱਚ ਕਹਿੰਦੇ ਇਸ ਸਾਲ 50% ਤੋਂ ਵੀ ਘੱਟ ਜਿਹੜੇ ਲੋਕ ਆ ਉਹ ਵਿਜ਼ਿਟ ਕਰਨ ਜਾਂ ਪੜ੍ਹਨ ਆਉਣਗੇ, ਕਿਉਂਕਿ ਜੌਬਸ ਉੱਥੇ ਵੀ ਅਨਪਲਾਈਮੈਂਟ ਬਹੁਤ ਜ਼ਿਆਦਾ ਹੋਈ ਆ ਅਤੇ USA ਦੇ ਵਿੱਚ ਵੀ ਅਨਪਲਾਈਮੈਂਟ ਬਹੁਤ ਜ਼ਿਆਦਾ ਹੋਈ ਆ। ਅਤੇ ਇਹ ਵੀ ਦੱਸਦੇ ਜਾਈਏ ਹਜੇ ਤੱਕ US ਅਤੇ ਕੈਨੇਡਾ ਦਾ ਜਿਹੜਾ ਬਾਰਡਰ ਆ ਉਹ ਆਮ ਲੋਕਾਂ ਲਈ ਨਹੀਂ ਖੁੱਲ੍ਹਿਆ ਜੀ। ਕਰੋਨਾ ਵਾਇਰਸ ਦੇ ਨਾਲ ਹੀ ਸੰਬੰਧਿਤ ਖਬਰਾਂ ਦੇ ਵਿੱਚ ਹਾਈਡਰੋਆਕਸੀ ਕਲੋਰੋਕੁਈਨ, ਜਿਸ ਦੇ ਰਾਸ਼ਟਰਪਤੀ ਟਰੰਪ ਵੱਡੇ ਸਮਰਥਕ ਸੀ, ਉਹਨਾਂ ਨੇ ਖੁਦ ਵੀ ਆਪ ਕੁਛ ਚਿਰ ਜਿਹੜੀ ਉਹ ਲਈ ਹੈ, ਉਹਨਾਂ ਦਾ ਦਾਅਵਾ ਆ ਕਿਹਾ ਆ ਉਹਨਾਂ ਨੇ। ਅਤੇ ਉਹਨਾਂ ਨੇ ਉਸ ਦੇ ਬਾਰੇ ਜਿਹੜੇ ਇੱਕ ਨਵੇਂ ਟਰਾਇਲ ਜਿਹੜੇ ਉਹ ਸਾਹਮਣੇ ਆਏ, ਕਹਿੰਦੇ ਵੀ ਇਹ ਖਾਣ ਦੇ ਨਾਲ ਇਸ ਨੇ ਕਿਸੇ ਨੂੰ ਵੀ ਨਹੀਂ ਬਚਾਇਆ ਕਰੋਨਾ ਵਾਇਰਸ ਹੋਣ ਤੋਂ। ਅਜਿਹੀ ਜਿਹੜੀ ਜਿੰਨੀ ਵੀ ਟੈਸਟਿੰਗ ਇਸ ਦੇ ਬਾਬਤ ਕੀਤੀ ਗਈ ਹੈ, ਟਰਾਇਲ ਜਿਹੜੇ ਹੋਏ ਆ ਹੈਲਦੀ ਲੋਕਾਂ ਨੂੰ ਜਿਹੜੇ ਐਕਸਪੋਜ਼ ਹੋਏ ਸੀ ਕਰੋਨਾ ਵਾਇਰਸ ਤੋਂ, ਜੇ ਇਹ ਦਵਾਈ ਲੈ ਰਹੇ ਸੀ, ਇਹਦਾ ਮਤਲਬ ਇਹ ਨਹੀਂ ਸੀ ਵੀ ਉਸ ਤੋਂ ਜਿਹੜੇ ਉਹ ਬਚੇ ਸੀਗੇ। ਸੋ ਇਹ ਯੂਨੀਵਰਸਿਟੀ ਆਫ ਮਿਨੀਸੋਟਾ ਮੈਡੀਕਲ ਸਕੂਲ ਦੇ ਦੁਆਰਾ ਇਹ ਜਿਹੜਾ ਟਰਾਇਲ ਜਿਨ੍ਹਾਂ ਨੇ ਕੀਤਾ ਸੀ, ਉਹਨਾਂ ਨੇ ਆਪਣੀ ਜਿਹੜੀ ਸਟੱਡੀ ਆ ਉਹ ਛਾਪੀ ਹੈਗੀ ਆ। ਸੋ ਇਹ ਸਾਰਾ ਕੁਛ ਜਿਹੜਾ ਇਸ ਦੇ ਬਾਬਤ ਆ ਆਪਾਂ ਨੂੰ ਕਰੋਨਾ ਵਾਇਰਸ ਦੇ ਬਾਬਤ ਦੇਖਣ ਨੂੰ ਮਿਲਿਆ ਹੈਗਾ ਆ। ਉੱਧਰ ਜਿਹੜੇ ਕ੍ਰਿਸਚਨ ਧਰਮ ਦੇ ਪੋਪ ਫਰਾਂਸਿਸ ਹੈਗੇ ਆ, ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਜਿਹੜਾ ਰੇਸਿਜ਼ਮ ਆ, ਨਸਲਵਾਦ ਆ, ਉਸ ਤੋਂ ਜਿਹੜੀ ਆ ਅੱਖ ਜਿਹੜੀ ਉਹ ਨਾ ਫੇਰੋ ਅਤੇ ਨਾ ਹੀ ਉਸ ਨੂੰ ਜਿਹੜਾ ਉਹ ਟੋਲਰੇਟ ਕਰੋ, ਜਦ ਕਿ ਆਪਾਂ ਕਹਿੰਦੇ ਵੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਆ ਨੈਸ਼ਨਲ ਰੀਕਨਸੀਲੀਏਸ਼ਨ, ਅਤੇ ਆਪਾਂ ਨੂੰ ਸ਼ਾਂਤੀ ਦੇ ਲਈ ਅਮਨ ਦੇ ਲਈ ਜਿਹੜਾ ਆ ਉਹ ਅੱਗੇ ਵਧਣਾ ਚਾਹੀਦਾ ਹੈਗਾ ਆ। ਅਗਲੀ ਖਬਰ, ਜਿਸ ਤਰ੍ਹਾਂ US ਨੇ ਹਾਂਗਕਾਂਗ ਤੋਂ ਆਪਣਾ ਜਿਹੜਾ ਸਪੈਸ਼ਲ ਜਿਹੜਾ ਸਟੇਟਸ ਸੀ ਉਸ ਨੂੰ ਖੋਲ੍ਹਿਆ, ਉਸ ਤੋਂ ਬਾਅਦ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਹਾਂਗਕਾਂਗ ਦੇ ਵਿੱਚ 3 ਮਿਲੀਅਨ ਤੋਂ ਵੱਧ ਲੋਕਾਂ ਨੂੰ ਨਹੀਂ ਕਿਹਾ ਵੀ ਤੁਸੀਂ ਇੱਥੇ ਆ ਕੇ ਜਿਹੜਾ ਤੁਸੀਂ ਪਰਮਾਨੈਂਟ ਰਹਿ ਸਕਦੇ ਆ, ਤੁਹਾਨੂੰ ਸਿਟੀਜ਼ਨਸ਼ਿਪ ਵੀ ਦਿੱਤੀ ਜਾ ਸਕਦੀ ਆ। ਉਸ ਤੋਂ ਬਾਅਦ ਚਾਈਨਾ ਵਾਲੇ ਜਿਹੜੇ ਕਾਫੀ ਅਪਸੈਟ ਹੋਏ ਹੈਗੇ ਆ, ਅਤੇ ਹੁਣ USA ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਆ ਉਹਨਾਂ ਨੂੰ ਲੈ ਕੇ ਕਈ ਜਗ੍ਹਾ ਜਿਹੜਾ ਪ੍ਰੋਟੈਸਟਰਸ ਦੇ ਉੱਤੇ ਜਿਸ ਤਰ੍ਹਾਂ ਪੁਲਿਸ ਨੇ ਵੀ ਲਾਠੀ ਚਾਰਜ ਵੀ ਕੀਤਾ ਹੈਗਾ ਆ, ਉਸ ਨੂੰ ਲੈ ਕੇ ਚਾਈਨਾ ਵਾਲੇ ਜਿਹੜੇ ਆ ਇਹ ਪੂਰਾ ਪ੍ਰੋਪੋਗੰਡਾ ਕਰ ਰਹੇ ਆ ਵੀ ਦੇਖੋ ਚਾਈਨਾ ਵਾਲੇ ਕਹਿ ਰਹੇ ਵੀ ਸਾਡੇ ਉੱਤੇ ਹਾਂਗਕਾਂਗ ਅਤੇ ਤਾਈਵਾਨ ਨੂੰ ਲੈ ਕੇ ਜਿਹੜੇ ਅਮਰੀਕਾ ਵਾਲੇ ਬਿਆਨ ਕੱਸਦੇ ਆ ਵੀ ਜੀ ਉੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ, ਅਤੇ ਹੁਣ USA ਦੇ ਵਿੱਚ ਖੁਦ ਇਹ ਕੁਝ ਹੋ ਰਿਹਾ। ਸੋ ਚਾਈਨਾ ਵਾਲਿਆਂ ਨੂੰ ਜਿਹੜਾ ਆ ਇੱਕ ਪ੍ਰੋਪੋਗੰਡਾ ਜਿਹੜਾ ਕਰਨ ਨੂੰ ਮਿਲ ਗਿਆ ਹੈਗਾ ਜੀ। ਉੱਧਰ ਅੱਜ ਜਿਹੜੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਉਹਨਾਂ ਨੇ ਵੀ ਜਾਰਜ ਫਲੋਇਡ ਦੀ ਮੌਤ ਦੇ ਉੱਤੇ ਕਹਿੰਦੇ ਪਹਿਲੀ ਵਾਰੀ ਜਿਹੜੀ ਆ ਕੋਈ ਟਿੱਪਣੀ ਜਿਹੜੀ ਉਹ ਦਿੱਤੀ ਆ। ਉਹ ਕਹਿੰਦੇ ਵੀ ਜਿੰਨੇ ਵੀ ਯੰਗ ਅਫਰੀਕਨ ਅਮੈਰੀਕਨਸ ਹੈਗੇ ਆ, ਉਹਨਾਂ ਨੂੰ ਜਿਹੜੇ ਚਾਹੇ ਕਹਿੰਦੇ ਤੁਸੀਂ ਗੁੱਸੇ 'ਚ ਆ, ਪਰ ਤੁਹਾਨੂੰ ਉਮੀਦ ਜਿਹੜੀ ਆ ਉਹ ਨਹੀਂ ਛੱਡਣੀ ਚਾਹੀਦੀ। ਉਹਨਾਂ ਨੇ ਇੱਕ ਵਾਰੀ ਫੇਰ ਵੋਟ ਪਾਉਣ ਦੇ ਉੱਤੇ ਜਿਹੜਾ ਆ ਉਹ ਜ਼ੋਰ ਦਿੱਤਾ ਵੀ ਆ ਰਹੀਆਂ ਇਲੈਕਸ਼ਨਸ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਆ ਉਹ ਤੁਸੀਂ ਵੋਟ, ਜਿਹੜੇ ਆਪਣੇ ਉਮੀਦਵਾਰ ਅਜਿਹੇ ਨੇ ਜਿਹੜੇ ਤੁਹਾਡੀਆਂ ਗੱਲਾਂ ਜਾਂ ਤੁਹਾਡੀਆਂ ਮੰਗਾਂ ਨੂੰ ਜਾਂ ਤੁਹਾਡੇ ਨਾਲ ਹੋ ਰਹੇ ਭੇਦਭਾਵ ਨੂੰ ਜਿਹੜਾ ਉਹ ਖ਼ਤਮ ਕਰਨ ਦੇ ਵਿੱਚ ਯੋਗਦਾਨ ਪਾਉਣਗੇ, ਉਸ ਦੇ ਵਿੱਚ ਜਿਹੜਾ ਆ ਉਸ ਨੂੰ ਉਹਨਾਂ ਨੂੰ ਜਿਹੜਾ ਜਿਤਾ ਕੇ ਅੱਗੇ ਲੈ ਕੇ ਆਓ। ਇਹਨਾਂ ਹਰਜੋਤ ਸਿੰਘ ਜੀ ਕੁੱਲ ਪ੍ਰੋਟੈਸਟ ਦੇ ਵਿੱਚ ਜਿਹੜੇ 26 ਮਈ ਤੋਂ ਅਮਰੀਕਾ ਦੇ ਵਿੱਚ ਚੱਲ ਰਹੇ ਨੇ, ਇਸ ਦੇ ਵਿੱਚ ਹੁਣ ਤੱਕ 9839 ਲੋਕ ਜਿਹੜੇ ਆ ਉਹਨਾਂ ਨੂੰ ਪੂਰੇ ਮੁਲਕ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ। ਇਹ ਵੱਖ-ਵੱਖ ਜਿਹੜੀਆਂ ਏਜੰਸੀਆਂ ਦੇ ਦੁਆਰਾ ਜਿਹੜੇ ਆંકੜੇ ਉਹਨਾਂ ਨੂੰ ਮਿਲਾ ਕੇ ਜਿਹੜਾ ਉਹ ਦੱਸਿਆ ਗਿਆ ਆ। ਸੋ ਕਹਿੰਦੇ ਕੱਲ੍ਹ ਜਿਹੜੇ ਪ੍ਰੋਟੈਸਟ ਹੋਏ ਸੀ ਉਹ ਵੀ ਬਹੁਤਾਤ ਦੇ ਵਿੱਚ ਜਿਹੜੇ ਉਹ ਸ਼ਾਂਤਮਈ ਰਹੇ, ਅਤੇ ਅੱਜ ਵੀ ਜਿਹੜੇ ਬਹੁਤਾਤ ਜਿਹੜੇ ਪ੍ਰੋਟੈਸਟ ਸੀਗੇ, ਪ੍ਰੋਟੈਸਟ ਸ਼ੁਰੂ ਤੋਂ ਹੀ ਸ਼ਾਂਤਮਈ ਸੀਗੇ, ਬਸ ਉਸ ਦੇ ਵਿੱਚ ਜਿਹੜਾ ਔਰਗੇਨਾਈਜ਼ ਤਰੀਕੇ ਦੇ ਨਾਲ ਜਿਹੜੇ ਉਹਨਾਂ ਨੇ ਸ਼ਰਾਰਤੀ ਲੋਕ ਵਾੜ ਕੇ ਦੰਗਾ ਫਸਾਦ ਕਰਨ ਵਾਲੇ ਆ, ਉਹ ਉਹਨਾਂ ਨੇ ਵਾੜ ਕੇ ਇਹਨਾਂ ਪ੍ਰੋਟੈਸਟ ਦਾ ਨਾਮ ਬਦਨਾਮ ਕਰਨ ਦੀ ਜਿਹੜੀ ਉਹ ਪੂਰੀ ਕੋਸ਼ਿਸ਼
ਕੀਤੀ ਗਈ ਸੀਗੀ। ਜੀ ਅਗਲੀ ਖਬਰ ਜਿਹੜੀ ਫਿਲੀਪਾਈਨਸ ਤੋਂ ਆ ਰਹੀ ਹੈ, ਫਿਲੀਪਾਈਨਸ ਵਾਲੇ ਕਹਿੰਦੇ ਪਈ ਅਸੀਂ ਜਿਹੜਾ US ਮਿਲਟਰੀ ਦਾ ਐਕਸੈਸ ਐਗਰੀਮੈਂਟ ਹੈਗਾ ਆ ਉਸ ਤੋਂ ਪਰੇ ਨਹੀਂ ਹਟਾਂਗੇ, ਕਿਉਂਕਿ ਸਾਊਥ ਚਾਈਨਾ ਦੇ ਵਿੱਚ ਚਾਈਨਾ ਸੀ ਜਿਹੜਾ ਹੈਗਾ ਆ ਉੱਥੇ ਟੈਨਸ਼ਨਸ ਚੱਲ ਰਹੀ ਹੈਗੀ ਹੈ US ਤੇ ਚਾਈਨਾ ਦੇ ਵਿੱਚ। ਉਹਨੂੰ ਲੈ ਕੇ ਜਿਹੜੇ ਪ੍ਰੈਜ਼ੀਡੈਂਟ ਰੋਦਰੀਗੋ ਡਿਊਟਰੇ ਆ ਉਹਨਾਂ ਨੇ ਡਿਸਾਈਡ ਕੀਤਾ ਵੀ ਜਿਹੜਾ ਵਿਜ਼ਿਟਿੰਗ ਫੋਰਸਿਸ ਐਗਰੀਮੈਂਟ ਹੈਗਾ ਆ ਉਹਨੂੰ ਜਿਹੜਾ ਆ ਇਸੇ ਤਰ੍ਹਾਂ ਰੱਖਿਆ ਜਾਊਗਾ। ਦੂਸਰੇ ਪਾਸੇ ਆਪਾਂ ਸਵੇਰੇ ਖਬਰ ਵੀ ਕੀਤੀ ਸੀ ਸਾਂਝੀ ਵੀ US ਨੇ ਚਾਈਨਾ ਦੀ ਕੋਈ ਵੀ ਏਅਰਲਾਈਨ ਨੂੰ USA ਦੇ ਵਿੱਚ ਐਂਟਰ ਹੋਣ ਤੋਂ ਜਿਹੜਾ ਆ ਬਲੌਕ ਕਰ ਦਿੱਤਾ। 16 ਜੂਨ ਤੋਂ ਬਾਅਦ ਚਾਈਨਾ ਦੀ ਕੋਈ ਵੀ ਏਅਰਲਾਈਨ ਨੂੰ USA ਦੇ ਵਿੱਚ ਉਤਰਨ ਨਹੀਂ ਦਿੱਤਾ ਜਾਊਗਾ। ਇਹ ਡਿਸੀਜਨ ਐਕਚੁਅਲੀ ਇਸ ਕਰਕੇ ਲਿਆ ਗਿਆ ਕਿਉਂਕਿ ਯੂਨਾਈਟਿਡ, ਡੈਲਟਾ ਅਤੇ ਅਮਰੀਕਨ ਏਅਰਲਾਈਨ ਨੇ ਜਿਹੜੀਆਂ ਚਾਈਨਾ ਦੀਆਂ ਸਰਵਿਸਿਜ਼ ਕੁਛ ਮਹੀਨੇ ਪਹਿਲਾਂ ਜਿਹੜੀਆਂ ਕੁਛ ਹਫ਼ਤੇ ਪਹਿਲਾਂ ਸਸਪੈਂਡ ਕੀਤੀਆਂ ਸੀਆਂ ਕਰੋਨਾ ਵਾਇਰਸ ਨੂੰ ਲੈ ਕੇ, ਅਤੇ ਉਹਨਾਂ ਨੇ ਆਪਣੀ ਐਪਲੀਕੇਸ਼ਨ ਜਿਹੜੀ ਚਾਈਨੀਜ਼ ਗਵਰਨਮੈਂਟ ਕੋਲ ਪਾਈ ਹੋ ਸੀ ਵੀ ਹੁਣ ਸਾਨੂੰ ਜਿਹੜਾ ਦੁਬਾਰਾ ਕੀ ਜਿਹੜਾ ਆ ਏਅਰਲਾਈਨਸ ਆਪਰੇਟ ਕਰਨ ਦੀ ਆਗਿਆ ਦਿਓ, ਅਤੇ ਚਾਈਨਾ ਵਾਲੇ ਕੋਈ ਜਵਾਬ ਨਹੀਂ ਦੇ ਰਹੇ ਸੀ। ਉਸ ਤੋਂ ਬਾਅਦ ਅੱਜ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਇਹ ਕਿਹਾ ਵੀ ਚਾਈਨਾ ਦੀ ਅਸੀਂ ਕੋਈ ਵੀ ਜਿਹੜੀ ਏਅਰਲਾਈਨ ਆ ਉਸ ਨੂੰ USA ਦੇ ਵਿੱਚ ਨਹੀਂ ਉਤਰਨ ਦੇਵਾਂਗੇ। ਜੀ 16 ਜੂਨ ਤੋਂ ਇਹ ਜਿਹੜਾ ਹੁਕਮ ਆ ਉਹ ਲਾਗੂ ਹੋ ਜਾਵੇਗਾ। ਉਧਰ ਹਾਊਸ ਦੇ ਵਿੱਚ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਫਲੈਕਸੀਬਿਲਿਟੀ ਐਕਟ ਆ ਉਹ ਇੱਕ ਦੇ ਮੁਕਾਬਲੇ 417 ਦੇ ਨਾਲ ਪਾਸ ਹੋਣ ਤੋਂ ਬਾਅਦ 'ਚ ਅੱਜ ਸੈਨੇਟ ਦੇ ਵਿੱਚ ਵੀ ਉਸ ਨੂੰ ਅਪਰੂਵਲ ਮਿਲ ਗਿਆ ਆ। ਇਹ ਜਿਹੜਾ ਪੇ ਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਸੀ ਇਸ ਦੇ ਵਿੱਚ ਪਹਿਲਾਂ 8 ਹਫ਼ਤੇ ਦੀ ਸਮਾਂ ਸੀਗਾ ਜਿਨ੍ਹਾਂ ਨੂੰ ਵੀ ਇਹ PPP ਲੋਨ ਮਿਲੇ ਸੀ ਵੀ ਉਸ ਦੇ ਵਿੱਚ ਵਰਤਣਾ ਆ, ਪਰ ਹੁਣ ਇਸ ਨਵੇਂ ਕਾਨੂੰਨ ਬਣਨ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਲੋਨ ਫੋਰਗਿਵਨੈਸ ਦੇ ਨੂੰ ਵਰਤਣ ਦੇ ਲਈ ਲੋਨ ਵਰਤਣ ਦੇ ਲਈ ਸਮੇਂ ਸੀਮਾ ਆ 8 ਹਫ਼ਤਿਆਂ ਤੋਂ ਵਧਾ ਕੇ 24 ਹਫ਼ਤੇ ਜਿਹੜੀ ਆ ਉਹ ਕਰ ਦਿੱਤੀ ਗਈ ਹੈਗੀ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਹੋਵੇਗਾ। ਹੁਣ ਰਾਸ਼ਟਰਪਤੀ ਦੇਖਦੇ ਆ ਵੀ ਕਦੋਂ ਇਸ ਦੇ ਉੱਤੇ ਜਿਹੜਾ ਉਹ ਸਾਈਨ ਕਰਨਗੇ। ਜੀ ਸੋ ਬਿਲਕੁਲ, ਖਾਸ ਕਰਕੇ ਜਿਹੜੇ ਰੈਸਟੋਰੈਂਟ ਓਨਰ ਸੀਗੇ ਉਹ ਬਹੁਤ ਅਪਸੈਟ ਸੀ ਇਹ ਤੋਂ। ਉਹ ਕਹਿੰਦੇ ਵੀ ਸਾਨੂੰ ਲੋਨ ਤਾਂ ਮਿਲ ਗਿਆ ਆਪਣੇ EMPLOYੀਆਂ ਨੂੰ ਤਨਖਾਹ ਦੇਣ ਲਈ, ਪਰ ਰੈਸਟੋਰੈਂਟ ਸਾਡੇ ਖੁੱਲ੍ਹੇ ਨਹੀਂ। ਸੋ ਉਹਦੇ ਵਿੱਚ ਇੱਕ ਮੁੱਦਾ ਇਹ ਸੀ ਵੀ ਜਿਸ ਡੇਟ ਨੂੰ ਤੁਹਾਨੂੰ ਲੋਨ ਮਿਲਣਾ ਆ ਉਸ ਡੇਟ ਤੋਂ ਲੈ ਕੇ 8 ਹਫ਼ਤਿਆਂ ਦੇ ਵਿੱਚ ਤੁਸੀਂ ਜਿਹੜਾ ਹੈ ਉਹ ਮਨੀ ਯੂਜ਼ ਕਰਨਾ ਆ। ਜੇ 75% ਤੋਂ ਵੱਧ ਤੁਸੀਂ EMPLOYੀਜ਼ ਦੇ ਪੇਰੋਲ ਲਈ ਯੂਜ਼ ਕਰੋਗੇ, ਬਾਕੀ ਦਾ 25% ਤੁਸੀਂ ਮੌਰਗੇਜ, ਰੈਂਟ ਜਾਂ ਯੂਟਿਲਿਟੀ ਦੇ ਲਈ ਯੂਜ਼ ਕਰ ਸਕਦੇ ਆ, ਫਿਰ ਉਹ ਤੁਹਾਡਾ ਮਾफ़ ਹੋ ਸਕਦਾ। ਜੇ ਤੁਹਾਡਾ ਉਹ ਨਹੀਂ ਮਾफ़ 75% ਯੂਜ਼ ਹੁੰਦਾ ਫਿਰ ਤੁਹਾਨੂੰ ਉਹ ਸਾਰਾ ਲੋਨ ਵੀ ਵਾਪਸ ਦੇਣਾ ਪੈ ਸਕਦਾ ਸੀ। ਸੋ ਹੁਣ ਕਈ ਰੈਸਟੋਰੈਂਟਸ ਵਾਲੇ ਕਹਿੰਦੇ ਵੀ ਸਾਨੂੰ 2 ਮਹੀਨੇ ਹੋ ਗਏ ਉਹ ਲੋਨ ਮਿਲੇ ਨੂੰ, ਪਰ ਰੈਸਟੋਰੈਂਟ ਖੋਲ੍ਹ ਨਹੀਂ ਸਕਦੇ ਸੀ, ਅਤੇ ਉਹ ਫਿਰ ਲੋਨ ਮਿਲੇ ਦਾ ਕੀ ਫਾਇਦਾ ਹੋਇਆ। 8 ਹਫ਼ਤੇ ਦਾ ਪੂਰੇ ਹੀ ਹੋ ਗਏ ਜੀ। ਸੋ ਇਸ ਕਰਕੇ ਉਹ ਜਿਹੜਾ ਟਾਈਮ ਆ ਹੁਣ 24 ਵੀਕ ਦਾ ਦਿੱਤਾ ਗਿਆ। ਸੋ ਪਹਿਲਾਂ ਇਹ ਵੀ ਸੀ ਵੀ 8 ਵੀਕ ਤੋਂ ਬਾਅਦ ਇਮੀਡੀਏਟਲੀ ਤੁਸੀਂ ਜੂਨ ਸ਼ਾਇਦ 10 ਤੋਂ ਐਪਲੀਕੇਸ਼ਨ ਜਿਹੜੀ ਆ ਫੋਰਗਿਵਨੈਸ ਲਈ ਫਾਈਲ ਕਰਨੀ ਸੀ, ਪਰ ਉਹ ਸਮਾਂ ਵੀ ਜਿਹੜਾ ਹੁਣ ਐਕਸਟੈਂਡ ਕਰ ਦਿੱਤਾ ਗਿਆ ਵੀ ਤੁਸੀਂ ਬਾਅਦ ਦੇ ਵਿੱਚ ਵੀ ਆਪਣੀ ਬੈਂਕ ਨੂੰ ਜਿਹੜਾ ਮਾफ़ ਕਰਨ ਦੇ ਲਈ ਉਹ ਐਪਲੀਕੇਸ਼ਨ ਫਾਈਲ ਕਰ ਸਕਦੇ ਹੈਗੇ ਆ ਜਦੋਂ ਤੁਸੀਂ ਮਨੀ ਯੂਜ਼ ਕਰ ਲਿਆ। ਇਸ ਦੇ ਵਿੱਚ ਹੋਰ ਚੇਂਜ ਇਹ ਵੀ ਹੈਗਾ ਜਿਹੜਾ ਹੁਣ ਤੁਹਾਨੂੰ 75% ਜਿਹੜਾ ਪੇਰੋਲ ਦੇ ਉੱਤੇ ਵਰਤਣ ਦੀ ਜ਼ਰੂਰਤ ਨਹੀਂ ਆ ਉਸ ਨੂੰ ਵੀ ਘਟਾ ਕੇ ਉਹਨਾਂ ਨੇ 60% ਜਿਹੜਾ ਉਹ ਕਰ ਦਿੱਤਾ ਹੈਗਾ। ਸੋ ਇਹ 2 ਵੱਡੇ ਚੇਂਜਿਸ ਇਸ PPP ਪ੍ਰੋਗਰਾਮ ਦੇ ਵਿੱਚ ਇਸ ਕਾਨੂੰਨ ਦੇ ਤਹਿਤ ਇਹ ਜਿਹੜੇ ਆ ਉਹ ਆਏ ਆ। ਇੱਕ ਤਾਂ ਇਹ ਆ ਵੀ ਤੁਹਾਨੂੰ 8 ਹਫ਼ਤੇ ਦੀ ਬਜਾਏ ਹੁਣ 24 ਹਫ਼ਤਿਆਂ ਦੇ ਵਿੱਚ ਇਹ ਜਿਹੜਾ ਲੋਨ ਅਮਾਊਂਟ ਆ ਉਹ ਵਰਤਣ ਦਾ ਮੌਕਾ ਜਿਹੜਾ ਉਹ ਦਿੱਤਾ ਜਾਊਗਾ, ਅਤੇ ਹੁਣ ਜਿਹੜੀ ਪੇਰੋਲ ਦੇ ਉੱਤੇ ਇਹਦੇ ਵਿੱਚੋਂ 75% ਦੀ ਥਾਂ ਦੇ ਉੱਤੇ 60% ਜਿਹੜੀ ਆ ਉਹ ਤੋਂ ਅਸੀਂ ਵਰਤ ਸਕਦੇ ਹਾਂ ਅਤੇ ਨਾਲ ਇਹ 40% ਤੋਂ ਵੱਧ ਜਿਹੜਾ ਹੋਰ ਦੂਜੇ ਕੰਮਾਂ ਵਾਸਤੇ ਜਿਹੜਾ ਉਹ ਨਹੀਂ ਵਰਤ ਸਕਦੇ। ਸੋ ਘੱਟੋ ਘੱਟ 60% ਵਰਤਣਾ ਪਊਗਾ ਅਤੇ 24 ਹਫ਼ਤੇ ਜਿਹੜੇ ਆ ਉਹ ਤੁਹਾਨੂੰ ਦੇ ਦਿੱਤੇ ਗਏ ਆ। ਤਕਰੀਬਨ ਹਰਜੋਤ ਸਿੰਘ ਜੀ ਅੱਧਾ ਸਾਲ ਦਾ ਜਿਹੜਾ ਸਮਾਂ ਆ ਉਹਨਾਂ ਨੇ ਇਸ ਦੇ ਵਿੱਚ ਦੇ ਦਿੱਤਾ ਹੈਗਾ ਆ। ਸੋ ਇੱਕ ਚੰਗਾ ਜਿਹੜਾ ਇਹ ਜਿਹੜੇ ਇਹਨਾਂ ਦੇ ਲਈ ਜਿਨ੍ਹਾਂ ਨੂੰ PPP ਲੋਨ ਮਿਲਿਆ ਹੈਗਾ ਆ ਉਹ ਕਰ ਸਕਦੇ ਆ। ਕਹਿੰਦੇ ਵੀ ਜਿਹੜਾ ਇੱਕ ਹੀ ਰਿਪਬਲਿਕਨ ਸੀਗਾ ਕੈਂਟਕੀ ਦਾ ਥਾਮਸ ਮੈਸੀ ਜਿਸ ਨੇ ਇਸ ਦੇ ਉਲਟ ਵੋਟ ਪਾਈ ਸੀਗੀ ਹਾਊਸ ਦੇ ਵਿੱਚ। ਜੀ ਅਗਲੀ ਜਿਹੜੀ ਖਬਰ ਇਟਲੀ ਤੋਂ ਆ ਰਹੀ ਹੈ, ਕਹਿੰਦੇ ਇਟਲੀ ਦੇ ਵਿੱਚ ਕਰੋਨਾ ਵਾਇਰਸ ਤੋਂ ਬਾਅਦ ਇਟਲੀ ਦੀ ਇਕੋਨਮੀ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਡਾਊਨ ਹੋ ਗਈ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਹੁਣ ਇਟਲੀ ਵਾਲੇ ਆਪਣੀ ਜਿਹੜੀ ਆ ਲੋਕਡਾਊਨ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹਨਾਂ ਨੂੰ ਚੱਕਣ ਜਾ ਰਹੇ ਹੈਗੇ ਆ। ਕਹਿੰਦੇ ਭਈ ਇਟਲੀ ਵਾਲੇ ਜਿਹੜੇ ਆਪਣੇ ਬਾਰਡਰਸ ਆ ਉਹ ਵੀ ਜਿਹੜੇ ਟੂਰਿਸਟ ਆ ਉਹਨਾਂ ਦੇ ਲਈ ਖੋਲ੍ਹਣ ਜਾ ਰਹੇ ਆ, ਸੋ ਤਾਂ ਕਿ ਜਿਹੜੇ ਲੋਕ ਆ ਇਟਲੀ 'ਚ ਵਿਜ਼ਿਟ ਕਰ ਸਕਣ ਅਤੇ ਉਹਨਾਂ ਦੀ ਜਿਹੜੀ ਇਕੋਨਮੀ ਆ ਉਹ ਅੱਪ ਜਾਵੇ। ਸਰੋਤਿਆਂ ਨੂੰ ਦੱਸਦੀ ਜਾਈਏ ਵੀ ਇਟਲੀ ਦੇ ਵਿੱਚ ਸਭ ਤੋਂ ਪਹਿਲਾਂ ਜ਼ਿਆਦਾ ਮੌਤਾਂ ਹੋਈਆਂ ਸੀ, ਫਿਰ US ਦੇ ਵਿੱਚ ਇਸ ਟਾਈਮ ਜਿਹੜੀਆਂ ਸਭ ਤੋਂ ਵੱਧ ਮੌਤਾਂ ਅਤੇ 2nd ਨੰਬਰ ਦੇ ਉੱਤੇ ਜਿਹੜਾ ਇਟਲੀ ਹੈਗਾ ਆ। ਜੀ
ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਕਿ ਬਿਜ਼ਨੈਸਿਸ ਆ ਉਹ ਬਲੈਕ ਲਾਈਵਸ ਮੈਟਰ ਜਾਂ ਇਹਨਾਂ ਪ੍ਰੋਟੈਸਟ ਦੇ ਹੱਕ ਦੇ ਵਿੱਚ ਜਿਹੜੇ ਉਹ ਕਰ ਰਿਹਾ। ਅੱਜ ਕਹਿੰਦੇ ਜਿਹੜੀ ਬੈਨ ਐਂਡ ਜੈਰੀ ਆਈਸਕ੍ਰੀਮ ਆ ਜਿਹੜੀ ਕਾਫੀ ਮਸ਼ਹੂਰ ਆ ਅਮਰੀਕਾ ਦੇ ਵਿੱਚ, ਉਹਨਾਂ ਦੇ ਜਿਹੜੇ ਫਾਊਂਡਰ ਹੈਗੇ ਆ ਉਹਨਾਂ ਦੇ ਦੁਆਰਾ ਜਿਹੜਾ ਇੱਕ ਸਟੇਟਮੈਂਟ ਜਾਰੀ ਕੀਤਾ ਗਿਆ ਆ। ਉਹ ਕਹਿੰਦੇ ਸਾਰਿਆਂ ਦੇ ਲਈ ਇੱਕ ਅਜਿਹੀ ਚੀਜ਼ ਆ ਜਿਨ੍ਹਾਂ ਨੇ ਸਿੱਧਾ ਸ਼ਰੇਆਮ ਵਾਈਟ ਸੁਪਰਮੇਸੀਜ਼ ਨੂੰ ਹਿੱਟ ਕੀਤਾ ਆ। ਕਹਿੰਦੇ ਵੀ ਇੱਕ ਕਾਫੀ ਤਗੜਾ ਸਟੇਟਮੈਂਟ ਉਹਨਾਂ ਦੇ ਦੁਆਰਾ ਪੋਸਟ ਕੀਤਾ ਗਿਆ। ਕਹਿੰਦੇ ਉਹਨਾਂ ਨੇ ਅਮਰੀਕਨਸ ਨੂੰ ਕਾਲ ਕੀਤੀ, ਸਾਰੇ ਹੀ ਅਮਰੀਕਨਸ ਨੂੰ, ਵੀ ਜਿਹੜੀ ਵਾਈਟ ਸੁਪਰਮੇਸੀ ਆ ਉਸ ਨੂੰ ਆਪਾਂ ਨੂੰ ਜਿਹੜਾ ਡਿਸਮੈਂਟਲ ਆ ਯਾਨੀ ਕਿ ਖ਼ਤਮ ਜਿਹੜਾ ਉਹ ਕਰਨਾ ਹੈਗਾ ਆ। ਅਤੇ ਕਹਿੰਦੇ ਵੀ ਆਪਾਂ ਜਿਹੜੇ ਪਿਛਲੇ ਜਿਹੜੇ ਕਹਿ ਲਓ ਵੀ ਇਤਿਹਾਸ ਦੇ ਵਿੱਚ ਇੱਕ ਜਿਹੜੇ ਸਿੰਨਜ਼ ਕੀਤੇ ਆ, ਪਾਪ ਕੀਤੇ ਆ, ਉਹਨਾਂ ਤੋਂ ਆਪਾਂ ਨੂੰ ਹੁਣ ਕੁਛ ਨਾ ਕੁਛ ਜਿਹੜਾ ਉਹ ਸਿੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਅਣਮਨੁੱਖੀ ਤਸ਼ੱਦਦ ਪੁਲਿਸ ਦੇ ਦੁਆਰਾ ਇਹਨਾਂ ਦੇ ਉੱਤੇ ਜਿਹੜਾ ਲੋਕਾਂ ਦੇ ਉੱਤੇ ਖਾਸ ਕਰਕੇ ਮਾਈਨੋਰਟੀਜ਼ ਜਿਨ੍ਹਾਂ 'ਚ ਅਫਰੀਕਨ ਅਮਰੀਕਨਸ ਆਉਂਦੇ ਆ ਉਹਨਾਂ ਦੇ ਨਾਲ ਹੋ ਰਿਹਾ ਆ, ਇਹ ਬਹੁਤ ਹੀ ਨਿੰਦਣਯੋਗ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਰਹੀ ਆ, ਕਹਿੰਦੇ ਵੀ ਜਦੋਂ ਪ੍ਰੋਟੈਸਟ ਸ਼ੁਰੂ ਹੋਏ ਉਸ ਤੋਂ ਬਾਅਦ ਬਹੁਤ ਜਗ੍ਹਾ ਦੇ ਉੱਤੇ ਲੁੱਟਮਾਰ ਵੀ ਹੋਈ। ਉਹਨੂੰ ਦੇਖਦੇ ਹੋਏ NPR ਇੱਕ ਰਿਪੋਰਟ ਇਸ਼ੂ ਕਰ ਰਿਹਾ। ਕਹਿੰਦੇ ਪਈ ਬਹੁਤ ਸਾਰੇ ਜਿਹੜੇ ਨੇਬਰਹੁੱਡਸ ਹੈਗੇ ਆ USA ਦੇ ਵਿੱਚ, ਵੱਖ-ਵੱਖ ਸਟੇਟਾਂ ਦੇ ਵਿੱਚ, ਉੱਥੇ ਲੋਕਾਂ ਨੇ ਆਪਣੇ ਜਿਹੜੇ ਹੈਗੇ ਆ ਆਰਮਡ ਗਰੁੱਪ ਜਿਹੜੇ ਆ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਵੀ ਬੰਦੂਕਾਂ ਦੇ ਨਾਲ ਜਿਹੜੀ ਆ ਆਪਣੀ ਨੇਬਰਹੁੱਡ ਉਸ ਨੂੰ ਹੀ ਬਚਾਓ। ਸੋ ਇਹ ਜਿਹੜੇ ਪਿਕਚਰਸ ਆ ਇਹ ਕਾਫੀ ਸਟੇਟਾਂ ਦੇ ਵਿੱਚ ਦੇਖੀਆਂ ਗਈਆਂ। ਲੋਕ AK-47 SLRs ਲੈ ਕੇ ਜਿਹੜੀਆਂ ਆਪਣੀ ਨੇਬਰਹੁੱਡ ਨੂੰ ਰੂਫਾਂ ਦੇ ਉੱਤੇ ਜਿਹੜੀਆਂ ਛੱਤਾਂ ਦੇ ਉੱਤੇ ਖੜ੍ਹ ਕੇ ਜਿਹੜੇ ਆ ਉਹ ਬਚਾਉਂਦੇ ਦੇਖੇ ਗਏ। ਜੀ, ਬੀਤੇ ਦਿਨਾਂ ਦੇ ਵਿੱਚ ਸੈਨ ਹੋਜ਼ੇ ਦੇ ਵਿੱਚ ਇੱਕ 26 ਸਾਲਾਂ ਦੀ ਬਿਆਂਕਾ ਓਰਜ਼ੋਕੋ ਦੇ ਦੁਆਰਾ ਕੁਝ ਲੋਕਾਂ ਦੇ ਉੱਤੇ ਗੱਡੀ ਜਿਹੜੀ ਆ ਪ੍ਰੋਟੈਸਟ 'ਤੇ ਚੱਲਦੇ ਉਹਨਾਂ ਦੇ ਉੱਤੇ ਜਿਹੜੀ ਉਹ ਚਾੜ੍ਹੀ ਗਈ ਸੀ। ਉਸ ਦੇ ਉੱਤੇ ਹੁਣ ਕਹਿੰਦੇ ਆ ਅਸੌਲਟ ਅਤੇ ਹਿੱਟ ਐਂਡ ਰਨ ਦੇ ਜਿਹੜੇ ਚਾਰਜਿਸ ਆ ਉਹ ਲਾਏ ਗਏ ਆ। ਬਿਆਂਕਾ ਓਰਜ਼ੋਕੋ ਕਹਿੰਦੇ ਆ ਵੀ ਇੱਕ ਡਿਪਟੀ ਦੀ ਬੁਲਟ ਵੀ ਜਿਹੜੀ ਉਸ 'ਤੇ ਜਿਹੜੀ ਗੱਡੀ ਦੇ ਉੱਤੇ ਜਿਹੜੀ ਉਹ ਲੱਗੀ ਸੀਗੀ, ਅਤੇ ਕਹਿੰਦੇ ਵੀ ਉਹਨੇ ਪੁਲਿਸ ਨੂੰ ਬਾਅਦ 'ਚ ਕਿਹਾ ਵੀ ਉਹਨੇ ਕਿਸੇ ਨੂੰ ਵੀ ਜਿਹੜਾ ਆ ਉਹ ਨਹੀਂ ਮਾਰਿਆ। ਉਸ ਦੇ ਉੱਤੇ ਕਹਿੰਦੇ 5 ਜਿਹੜੀਆਂ ਫੈਲਨੀਜ਼ ਜਿਹੜੀਆਂ ਪਹਿਲੋਂ ਲਾਈਆਂ ਗਈਆਂ ਸੀਗੀਆਂ ਜਦੋਂ ਪ੍ਰੋਟੈਸਟਰਸ ਦੇ ਉੱਤੇ ਇਸਨੇ ਜਿਹੜੀ ਗੱਡੀ ਆ ਉਹ ਚਾੜ੍ਹੀ ਸੀ ਸੈਨ ਹੋਜ਼ੇ ਡਾਊਨਟਾਊਨ ਦੇ ਵਿੱਚ। ਅਤੇ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਜਦੋਂ ਇੱਦਾਂ ਕਰ ਰਹੀ ਸੀ ਤਾਂ ਫਿਰ ਪੁਲਿਸ ਵਾਲਿਆਂ ਨੇ ਇਸ ਦੇ ਉੱਤੇ ਗੱਡੀ ਦੇ ਉੱਤੇ ਗੋਲੀ ਚਲਾਈ ਸੀ। ਅਤੇ ਹੁਣ ਇਹਦੇ ਉੱਤੇ 2 ਕਾਊਂਟ ਅਸੌਲਟ ਵਿਦ ਡੈਡਲੀ ਵੈਪਨ ਕਾਜ਼ਿੰਗ ਬੋਡੀਲੀ ਇੰਜਰੀ, 2 ਕਾਊਂਟਸ ਆਫ ਹਿੱਟ ਐਂਡ ਰਨ, ਅਤੇ ਇਹ ਜਿਹੜੇ ਦੋਸ਼ ਆ ਇਸ ਦੇ ਉੱਤੇ ਲੱਗ ਗਏ ਨੇ। ਅਤੇ ਹਰਜੋਤ ਸਿੰਘ ਜੀ ਇਸ ਦੇ ਉੱਤੇ 1 ਕਾਊਂਟ ਚਾਈਲਡ ਐਂਡੇਂਜਰਮੈਂਟ ਦਾ ਵੀ ਲੱਗਾ ਆ, ਕਿਉਂਕਿ 2 ਸਾਲਾਂ ਦਾ ਉਸ ਦਾ ਜਿਹੜਾ ਮੁੰਡਾ ਆ ਉਹ ਵੀ ਗੱਡੀ ਦੇ ਵਿੱਚ ਹੀ ਸੀਗਾ ਜਦੋਂ ਉਸਨੇ ਇਹ ਕੰਮ ਕੀਤਾ ਸੀਗਾ। ਜੀ, ਅਗਲੀ ਖਬਰ ਜਿਹੜੀ ਆ ਡਾਓ ਜੋਨ ਇੰਡਸਟਰੀ ਨੂੰ ਲੈ ਕੇ ਆ। ਡਾਓ ਜੋਨ ਇੰਡਸਟਰੀਅਲ ਨੇ ਅੱਜ 26,000 ਦਾ ਜਿਹੜਾ ਪੁਆਇੰਟ ਆ ਉਸ ਨੂੰ ਬ੍ਰੇਕ ਕਰ ਦਿੱਤਾ ਹੈ। ਅੱਜ 527 ਪੁਆਇੰਟ ਡਾਓ ਜੋਨ ਇੰਡਸਟਰੀਅਲ ਉੱਪਰ ਗਿਆ ਹੈਗਾ ਆ, 2% ਲਗਭਗ ਗਿਆ ਹੈ। ਇਸੇ ਤਰ੍ਹਾਂ SP ਜਿਹੜਾ S&P 500 ਆ ਉਹ 42 ਪੁਆਇੰਟ ਜਾਂ 1.4% ਉੱਪਰ ਗਿਆ। ਡਾਓ ਜੋਨ ਇੰਡਸਟਰੀਅਲ 26,000 ਨੂੰ ਕ੍ਰਾਸ ਕੀਤਾ ਸੀ ਜਨਵਰੀ 2018 ਦੇ ਵਿੱਚ। ਹੁਣ ਮੁੜ ਕੇ ਫਿਰ ਇਹ ਜੂਨ 2020 ਦੇ ਵਿੱਚ 26,000 ਨੂੰ ਕ੍ਰਾਸ ਕਰ ਗਿਆ। ਕੱਲ੍ਹ ਨੂੰ ਜਿਹੜਾ ਜੋਬ ਡਾਟਾ ਆਉਣਾ ਹੈਗਾ ਆ ਅਨਪਲਾਈਮੈਂਟ ਦਾ, ਸੋ ਉਸ ਤੋਂ ਬਾਅਦ ਦੇਖਦੇ ਹਾਂ ਵੀ ਜਿਹੜੀ ਸਟਾਕ ਮਾਰਕੀਟ 'ਤੇ ਉਹਦਾ ਕਿੰਨਾ ਕੁ ਅਸਰ ਹੁੰਦਾ ਆ। ਜੀ, ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਦੱਸਦੇ ਵੀ ਸੋਨੇ ਦੀ ਕੀਮਤ ਜਿਹੜੀ ਆ ਉਹ $1,703 ਜਿਹੜੀ ਆ ਪ੍ਰਤੀ ਆਉਂਸ ਜਿਹੜੀ ਉਹ ਰਹੀ ਆ। ਉਧਰ US ਡਾਲਰ ਦੀ ਕੀਮਤ ਭਾਰਤੀ ਰੁਪਈਆ ਦੇ ਮੁਕਾਬਲੇ 75 ਰੁਪਈਏ 36 ਪੈਸੇ ਜਿਹੜੀ ਰਹੀ। ਇੱਕ ਜਿਹੜੇ US ਡਾਲਰ $1.35 ਕੈਨੇਡੀਅਨ ਡਾਲਰ ਦੇ ਬਰਾਬਰ ਰਿਹਾ। ਜੀ, ਸੋ ਇੱਥੋਂ ਹੀ ਆਪਾਂ ਸਾਡੇ ਖਬਰਾਂ ਦਾ ਸਮਾਂ ਵੀ ਸਮਾਪਤ ਹੁੰਦਾ ਹੈ। ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।